ਹੈਲੋ एवरीवन ਕਿੱਦਾਂ ਹੋ ਤੁਸੀਂ ਸਾਰੇ। ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਐਂਡ ਹੈਪੀ ਲੋਹੜੀ ਟੂ ਆਲ ਆਫ ਯੂ। ਐਂਡ ਅਗਰ ਤੁਸੀਂ ਅੱਜ ਖਾਣਾ ਖਾਦਾ ਹੈ, ਅਗਰ ਤੁਸੀਂ ਅੱਜ ਰੋਟੀ ਖਾਧੀ ਆ, ਸੋ ਯੂ ਹੈਵ ਟੂ ਥੈਂਕ ਬਾਬਾ ਜੀ ਨੂੰ। ਥੈਂਕ ਕਰਨ ਤੋਂ ਬਾਅਦ ਤੁਸੀਂ ਫਾਰਮਰ ਨੂੰ ਥੈਂਕ ਕਰੋ, ਬਿਕਾਜ਼ ਆਪਾਂ ਕਿਸਾਨਾਂ ਕਰਕੇ ਅਸੀਂ ਅੱਜ ਰੋਟੀ ਖਾ ਰਹੇ ਹਾਂ। ਸੋ ਉਹਨਾਂ ਨਾਲ ਦੇਸ਼ 'ਚ ਬਹੁਤ ਗਲਤ ਹੋ ਰਿਹਾ ਵਟਐਵਰ। ਸੋ ਉਹਦੇ ਬਾਰੇ ਆਪਾਂ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ। ਸੋ ਆਈ ਐਮ ਮੇਕਿੰਗ ਸਮ ਇਮੋਸ਼ਨਲ ਟੁਡੇ। ਸੋ ਹਾਂਜੀ, ਅੱਜ ਦੀ ਆਪਾਂ ਲੈਕਚਰ 'ਚ ਗੱਲ ਕਰਾਂਗੇ ਰੀਡਿੰਗ ਸਟ੍ਰੈਟਜੀਜ਼ ਦੇ ਬਾਰੇ। ਫਸਟ ਆਫ ਆਲ ਥੈਂਕ ਯੂ ਟੂ ਹੂ ਜਿਹਨੇ ਮੈਨੂੰ ਅੱਜ ਕਮੈਂਟ ਕੀਤਾ। ਆਈ ਰੀਡ ਅ ਕਮੈਂਟ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ PhD ਦੇ ਵਿੱਚ ਇਹ ਚੀਜ਼ ਪੜ੍ਹਾਈ ਗਈ ਸੀ, ਐਂਡ ਜਿੱਦਾਂ ਤੁਸੀਂ ਪੜ੍ਹਾਈ ਗਈ ਸੀ PhD 'ਚ, ਪਰ ਉੱਦਾਂ ਨਹੀਂ ਪੜ੍ਹਾਈ ਜਿੱਦਾਂ ਤੁਸੀਂ ਪੜ੍ਹਾਈ। ਥੈਂਕ ਯੂ ਸੋ ਮਚ। मतलब चाहे ਤੁਸੀਂ ਮਜ਼ਾਕ 'ਚ ਕਿਹਾ ਹੋਵੇ, ਬਟ ਇਟ ਮੀਨ ਅ ਲੋਟ। ਮੈਂ ਵੀਡੀਓ ਨਹੀਂ ਸੀ ਬਣਾ ਰਹੀ ਕਿੰਨੇ ਚਾਰ ਦਿਨਾਂ ਤੋਂ, ਬਿਕਾਜ਼ ਆਈ ਥਿੰਕ ਕਿ ਯਾਰ ਮੈਂ ਆਪਣਾ ਟਾਈਮ ਵੀ ਲਗਾ ਰਹੀ ਹਾਂ, ਬਟ ਕੋਈ ਸਬਸਕ੍ਰਾਈਬ ਨਹੀਂ ਕਰਦਾ, ਕੋਈ ਦੇਖਦਾ ਨਹੀਂ ਆ। 5-6 ਵਿਊ ਮਤਲਬ ਡੀਮੋਟੀਵੇਟ ਹੋਈ ਸੀ। ਬਟ ਵੈਨ ਆਈ ਰੀਡ ਯੋਰ ਕਮੈਂਟ ਸੀਰੀਅਸਲੀ ਉਸੇ ਵੇਲੇ ਹੁਣੇ ਉੱਠ ਕੇ ਮੈਂ ਵੀਡੀਓ ਬਣਾਈ। ਹੁਣੇ ਮੈਂ ਤੁਹਾਡਾ ਕਮੈਂਟ ਪੜ੍ਹਿਆ ਐਂਡ ਹੁਣੇ ਉੱਠ ਕੇ ਆਮ ਗੋਇੰਗ ਟੂ ਮੇਕ ਅ ਵੀਡੀਓ ਪੋਸਟ। ਪਤਾ ਨਹੀਂ ਮੈਂ ਕਿੱਦਣ ਕਰ ਪਾਊਂਗੀ, ਜਦੋਂ ਵੀ ਮੈਨੂੰ ਟਾਈਮ ਮਿਲਿਆ ਆਈ ਡੈਫੀਨੇਟਲੀ। ਅਗਰ ਅੱਜ ਤਾਂ ਅੱਜ ਹੀ ਮੈਂ ਕਰ ਦੂੰਗੀ, ਬਿਕਾਜ਼ ਨੈਟ ਦੀ ਪ੍ਰੋਬਲਮ ਆ ਜਾਂਦੀ ਹੈ ਥੋੜ੍ਹੀ। ਐਂਡ ਥੈਂਕ ਯੂ ਸੋ ਮਚ। ਅਗਰ ਤੁਸੀਂ ਕਿਹਾ ਸੀ ਕਿ ਪਲੇਲਿਸਟ, ਹਾਂ ਡੈਫੀਨੇਟਲੀ ਮੈਂ ਪਲੇਲਿਸਟ ਬਣਾ ਦੂੰਗੀ, ਬਿਕਾਜ਼ ਮੈਂ ਹਜੇ ਨਿਊ ਹਾਂ, ਮੈਨੂੰ ਇੰਨਾ ਪਤਾ ਨਹੀਂ ਹੈ। ਸੋ ਡੈਫੀਨੇਟਲੀ ਮੈਂ ਜਦੋਂ ਵੀ ਮੈਨੂੰ ਲੱਗ ਗਿਆ ਪਤਾ ਕਿੱਦਾਂ ਬਣਾਉਣੀ ਆ, ਮੈਂ ਆਈ ਵਿਲ ਡੈਫੀਨੇਟਲੀ ਮੇਕ। ਥੈਂਕ ਯੂ ਸੋ ਮਚ। ਇੱਦਾਂ ਕਮੈਂਟ ਕਰ ਦਿਆ ਕਰੋ, ਸਬਸਕ੍ਰਾਈਬ ਵੀ ਕਰ ਦਿਓ ਪਲੀਜ਼। ਸਾਰੇ ਜਾਣੇ ਨੂੰ ਅੱਗੇ ਸ਼ੇਅਰ ਕਰੋ, ਸਬਸਕ੍ਰਾਈਬ ਕਰਨ, ਠੀਕ ਹੈ, ਤਾਂ ਕਿ ਮੇਰਾ ਚੈਨਲ ਥੋੜ੍ਹਾ ਗਰੋ ਕਰ ਜੇ। ਸੋ ਅਪਾਰਟ ਫਰੋਮ ਦਿਸ ਅੱਜ ਆਪਾਂ ਗੱਲ ਕਰਾਂਗੇ ਰੀਡਿੰਗ ਸਟ੍ਰੈਟਜੀਜ਼ ਬਾਰੇ, ਐਂਡ ਦਿਸ ਇਜ਼ ਫਰੋਮ ਬੁੱਕ KLS। ਜਿਹੜੇ ਮੇਰੇ ਚੈਨਲ 'ਤੇ ਨਵੇਂ ਆ, ਸੋ ਮੈਂ ਵੀਡੀਓਜ਼ ਬਣਾਉਣੀ ਆ ਅਕੋਰਡਿੰਗ ਟੂ ਇੰਗਲਿਸ਼ ਦੇ ਬਾਰੇ, ਹੈ ਨਾ, ਕਮਿਊਨੀਕੇਸ਼ਨ ਸਕਿੱਲਸ ਜੋ BCom BSc ਬਹੁਤ ਸਾਰੇ ਸਾਰੀਆਂ ਕਲਾਸਿਸ ਦੇ ਵਿੱਚ ਚੱਲਦੀ ਆ। ਸੋ ਇਟ ਇਜ਼ ਬਾਈ ਕਮਿਊਨੀਕੇਸ਼ਨ ਸਕਿੱਲਸ ਬਾਈ KLS, ਠੀਕ ਹੈ। ਅੱਜ ਆਪਾਂ ਉਹਦੇ ਵਿੱਚ ਗੱਲ ਕਰਾਂਗੇ ਰੀਡਿੰਗ ਸਟ੍ਰੈਟਜੀਜ਼ ਬਾਰੇ। ਜਦੋਂ ਅਸੀਂ ਕਿਸੇ ਚੀਜ਼ ਨੂੰ ਪੜ੍ਹਦੇ ਹਾਂ, ਉਹਦੇ 'ਚ ਬਹੁਤ ਸਾਰੀਆਂ ਸਟ੍ਰੈਟਜੀਜ਼ ਇਨਵੋਲਵ ਹੁੰਦੀਆਂ, ਬਹੁਤ ਸਾਰੇ ਤਰੀਕੇ ਹੁੰਦੇ ਆ ਪੜ੍ਹਨ ਦੇ ਵੀ, ਠੀਕ ਹੈ। ਸੋ ਜਿਹੜਾ ਰੀਡਿੰਗ ਆ ਦੈਟ ਇਜ਼ ਅ ਵੈਰੀ ਕੰਪਲੈਕਸ ਪ੍ਰੋਸੈਸ। ਮਤਲਬ ਰੀਡਿੰਗ ਕਰਨਾ ਕੋਈ ਸੌਖੀ ਕੰਮ ਨਹੀਂ ਹੈਗਾ, ਰੀਡਿੰਗ ਕਰਨਾ ਕੋਈ ਸੌਖੀ ਚੀਜ਼ ਨਹੀਂ ਹੈਗੀ। ਅਸੀਂ ਕਹਿੰਦੇ ਹਾਂ ਵੀ ਆਹ ਫੜੀ ਅਸੀਂ ਬੁੱਕ 'ਤੇ ਅਸੀਂ ਰੀਡ ਕਰਨ ਲੱਗ ਪਏ, ਇੱਦਾਂ ਦੀ ਗੱਲ ਨਹੀਂ ਹੈ। ਰੀਡਿੰਗ ਇਜ਼ ਅ ਵੈਰੀ ਕੰਪਲੈਕਸ ਪ੍ਰੋਸੈਸ, ਕਿਉਂਕਿ ਅਗਰ ਤਾਂ ਸਾਨੂੰ ਪਹਿਲੀ ਗੱਲ ਤਾਂ ਸਾਨੂੰ ਜਿਹੜੀ ਅਸੀਂ ਲੈਂਗੁਏਜ ਰੀਡ ਕਰਨੀ ਆ, ਜਿਹੜੀ ਅਸੀਂ ਬੁੱਕ ਰੀਡ ਕਰਨੀ ਆ, ਉਹ ਸਾਨੂੰ ਲੈਂਗੁਏਜ ਪਤਾ ਹੋਣੀ ਚਾਹੀਦੀ ਹੈ। ਹੁਣ ਤੁਹਾਡੇ ਸਾਹਮਣੇ ਮੈਂ ਅੱਜ ਫਰੈਂਚ ਦੀ ਬੁੱਕ ਰੱਖ ਦੇਵਾਂ ਇੱਥੇ, ਸੋ ਮੈਨੂੰ ਲੱਗਦਾ ਤੁਸੀਂ ਕੀ ਮੈਂ ਵੀ ਨਹੀਂ ਪੜ੍ਹ ਸਕਦੀ, ਬਿਕਾਜ਼ ਵੀ ਡੋਂਟ ਨੋ ਫਰੈਂਚ, ਹੈ ਨਾ। ਜਿਹੜਾ ਫਰੈਂਚ ਨਹੀਂ ਆਉਂਦੀ ਨੋ ਲੈਂਗੁਏਜ, ਸਭ ਤੋਂ ਪਹਿਲਾਂ ਲੈਂਗੁਏਜ ਦੀ ਨੌਲੇਜ ਹੋਣਾ ਦੈਟ ਇਜ਼ ਵੈਰੀ ਇੰਪੋਰਟੈਂਟ, ਠੀਕ ਹੈ। ਉਸ ਤੋਂ ਬਾਅਦ ਉਸ ਲੈਂਗੁਏਜ ਦੇ ਜਿਹੜੇ ਵਰਡਸ ਆ ਉਹਨਾਂ ਨੂੰ ਡੀਕੋਡ ਕਰਨਾ, ਦੈਟ ਇਜ਼ ਆਲ ਵੈਰੀ ਇੰਪੋਰਟੈਂਟ, ਠੀਕ ਹੈ। ਸੋ ਰੀਡਿੰਗ ਜਿਹੜੀਆਂ ਸਟ੍ਰੈਟਜੀਜ਼ ਆ ਉਹ ਬਹੁਤ ਇੰਪੋਰਟੈਂਟ ਹੁੰਦੀਆਂ ਇਹਦੇ ਚੀਜ਼ ਦੇ ਵਿੱਚ। ਸੋ ਆਈ ਹੋਪ ਤੁਹਾਨੂੰ ਚੀਜ਼ ਸਮਝ ਲੱਗੀ ਹੋਊਗੀ। ਨੈਕਸਟ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਕੁਝ ਸਕਿੱਲਸ ਆਉਂਦੀਆਂ, ਜਿਵੇਂ ਆਹ ਟੇਬਲ ਬਣਿਆ ਹੋਇਆ, ਵੋਕੈਬ ਸਕਿੱਲਸ, ਵਿਜ਼ੂਅਲ ਪਰਸੈਪਸ਼ਨਲ ਸਕਿੱਲਸ, ਪ੍ਰੈਡਿਕਸ਼ਨ ਟੈਕਨੀਕਸ, ਸਕੈਨਿੰਗ ਸਕਿੱਲਸ, ਸਕਿਮਿੰਗ ਸਕਿੱਲਸ। ਸੋ ਵੋਕੈਬ ਸਕਿੱਲਸ ਜਿਹੜੀਆਂ ਹੁੰਦੀਆਂ, ਵੋਕੈਬਲਰੀ ਸਕਿੱਲਸ, ਮਤਲਬ ਕਿ ਜਿਹੜੇ ਸਾਡੇ ਕੋਲ ਡਿਫੀਕਲਟ ਵਰਡਸ ਹੁੰਦੇ ਆ ਉਹਨਾਂ ਦੇ ਸਾਨੂੰ ਮੀਨਿੰਗ ਆਉਣੇ ਚਾਹੀਦੇ ਆ। ਰੈਕੋਗਨਾਈਜ਼ਿੰਗ ਦ ਡੈਫੀਨੇਸ਼ਨ ਆਫ ਵਰਡਸ ਬੀਇੰਗ ਯੂਜ਼ਡ, ਉਹਨਾਂ ਦੀਆਂ ਡੈਫੀਨੇਸ਼ਨਸ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਗੈਸਿੰਗ ਦ ਮੀਨਿੰਗ ਆਫ ਵਰਡਸ, ਦੇਖੋ ਹੁਣ ਇਹ ਨਹੀਂ ਆ ਕਿ ਸਾਨੂੰ ਸਾਰਿਆਂ ਨੂੰ ਹਰ ਇੱਕ ਵਰਡ ਦਾ ਮਤਲਬ ਪਤਾ ਹੋਊਗਾ, ਬਟ ਰੀਡਿੰਗ ਸਟ੍ਰੈਟਜੀਜ਼ ਮਤਲਬ ਇਹ ਬੁੱਕ ਇਜ਼ ਓਨਲੀ ਮੈਂਟ ਫॉर ਦਿਸ ਥਿੰਗ ਕਿ ਅਸੀਂ ਰੀਡ ਕਰਨਾ ਕਿੱਦਾਂ ਹੈ। ਹੁਣ ਜਿਵੇਂ ਕੋਈ ਵੀ ਵਰਡ ਆ, ਸਾਨੂੰ ਵਰਡ ਦਾ ਮਤਲਬ ਨਹੀਂ ਪਤਾ, ਅਸੀਂ ਪਹਿਲਾਂ ਉਹ ਪੂਰੀ ਲਾਈਨ ਨੂੰ ਪੜ੍ਹੋ, ਠੀਕ ਹੈ। ਉਸੇ ਵੇਲੇ ਮੋਬਾਈਲ ਕੱਢ ਕੇ ਗੂਗਲ 'ਤੇ ਸਰਚ ਨਾ, ਗੂਗਲ ਬਾਬਾ ਨੂੰ ਨਾ ਤੰਗ ਕਰਿਆ ਕਰੋ। ਜਸਟ ਪਹਿਲਾਂ ਉਹਦੀ ਪੂਰੀ ਲਾਈਨ ਨੂੰ ਚੰਗੀ ਤਰ੍ਹਾਂ ਪੜ੍ਹੋ, ਉਹਦੀ ਪੂਰੀ ਲਾਈਨ ਨੂੰ ਪੜ੍ਹੋ, ਇੱਕ ਵਾਰੀ ਪੂਰੇ ਪੈਰੇ ਨੂੰ ਪੜ੍ਹੋ, ਫਿਰ ਉਹ ਪੂਰੀ ਲਾਈਨ ਨੂੰ ਪੜ੍ਹੋ। ਜਦ ਤੁਸੀਂ ਪੂਰੇ ਪੈਰੇ ਨੂੰ ਪੜ੍ਹੋਗੇ ਨਾ, ਚਾਹੇ ਤੁਹਾਨੂੰ ਲਾਈਨ ਨਹੀਂ ਸਮਝ ਆ ਰਹੀ, ਬਟ ਤੁਹਾਨੂੰ ਥੋੜ੍ਹਾ ਸਮਝ ਲੱਗ ਜਾਏਗਾ ਵੀ ਇਹ ਜਿਹੜਾ ਪੈਰਾ ਆ ਇਹ ਕਹਿਣ ਕੀ ਦਿੱਤਾ ਹੈ। ਸੋ ਚਾਹੇ ਤੁਸੀਂ ਪੱਕਾ ਸ਼ਿਓਰ ਨਹੀਂ ਹੋਗੇ ਉਸ ਮੀਨਿੰਗ ਬਾਰੇ, ਬਟ ਜਦੋਂ ਤੁਸੀਂ ਲਾਈਨ ਪੜ੍ਹੋਗੇ ਨਾ ਤਾਂ ਤੁਹਾਨੂੰ ਕੁਝ ਅੰਦਾਜ਼ਾ ਹੋਣ ਲੱਗ ਪਏਗਾ ਕਿ ਇਹ ਮਤਲਬ ਇਹਦਾ ਹੈ। ਕਿਉਂਕਿ ਜਦੋਂ ਅਸੀਂ ਪੇਪਰ ਦਿੰਦੇ ਹਾਂ, ਹੈ ਨਾ, ਕੋਈ ਵੀ ਪੈਸੇਜ ਅਸੀਂ ਜਦੋਂ ਪੇਪਰ 'ਚ ਪੜ੍ਹ ਕੇ ਦਿੰਦੇ ਹਾਂ, ਸੋ ਸਾਨੂੰ ਕਈ ਵਰਡਸ ਤਾਂ ਨਹੀਂ ਪਤਾ ਹੁੰਦਾ, ਐਂਡ ਉਹ ਵਰਡਸ ਜਿਹੜੇ ਆ ਸਾਡੇ ਪੈਸੇਜ ਦੇ ਐਂਡ ਵਾਲੇ ਕੁਐਸਚਨ 'ਚ ਆ ਜਾਂਦੇ ਹਨ ਵੀ ਵਾਟ ਇਜ਼ ਦ ਮੀਨਿੰਗ ਆਫ ਦਿਸ ਵਰਡ ਇਨ ਦ ਪੈਰਾਗ੍ਰਾਫ। ਸੋ ਉਦੋਂ ਇਹੀ ਟੈਕਨੀਕ ਹੁੰਦੀ ਹੈ, ਬਿਕਾਜ਼ ਉਦੋਂ ਤਾਂ ਸਾਡੇ ਕੋਲ ਕੋਈ ਬੁੱਕ ਨਹੀਂ ਹੈਗੀ। ਹੁਣ ਤਾਂ ਅਸੀਂ ਜਦੋਂ ਪੜ੍ਹਦੇ ਹਾਂ ਅਸੀਂ ਵੀ ਗੋ ਫॉर ਇੰਟਰਨੈਟ, ਕਿ ਅਸੀਂ ਇੰਟਰਨੈਟ 'ਤੇ ਸਰਚ ਕਰ ਲੈਂਦੇ ਹਾਂ, ਡਿਕਸ਼ਨਰੀ 'ਚ ਦੇਖ ਲੈਂਦੇ ਹਾਂ ਜੋ ਕੰਪਿਊਟਰ ਫੋਨ 'ਤੇ ਹੀ ਹੁੰਦੀ ਆ, ਕਿਉਂਕਿ ਉੱਦਾਂ ਤਾਂ ਕੋਈ ਡਿਕਸ਼ਨਰੀ ਵਰਤਦਾ ਹੀ ਨਹੀਂ ਅੱਜ ਕੱਲ੍ਹ। ਬਟ
ਜਦੋਂ ਅਸੀਂ ਇਦਾਂ ਕਰਦੇ ਹਾਂ, ਜਦੋਂ ਅਸੀਂ ਪੇਪਰ ਦਿੰਦੇ ਹਾਂ, ਸੱਚ ਮੈਂ ਭੁੱਲ ਗਈ, ਜਦੋਂ ਅਸੀਂ ਪੇਪਰ ਦਿੰਦੇ ਹਾਂ ਹੁਣ ਸਾਡੇ ਕੋਲ ਕੋਈ ਨਹੀਂ ਹੁੰਦਾ, ਸੋ ਅਸੀਂ ਆਪਣੇ ਆਪ ਦੀ ਸਕਿੱਲ ਨਾਲ ਹੀ ਸਮਝਣਾ ਹੁੰਦਾ ਵੀ ਵਰਡ ਦਾ ਮਤਲਬ ਕੀ ਆ। ਸੋ ਅੱਜ ਮੈਂ ਬਹੁਤ ਜ਼ਿਆਦਾ ਡਿਟੇਲ, ਬਿਕੋਜ਼ ਅੱਜ ਮੈਂ ਬਹੁਤ ਖੁਸ਼ ਹਾਂ, ਜਸਟ ਫॉर वन ਕਮੈਂਟ ਆਈ ਐਮ ਸੋ ਹੈਪੀ। ਸੋ ਅੱਜ ਮੈਂ ਤੁਹਾਨੂੰ ਅੱਛੀ ਤਰ੍ਹਾਂ ਪੜਾਉਂਗੀ, मतलब अगे भी बहुत अच्छी तरह, लेकिन आज तो मैं 200% मतलब अपना देने की कोशिश करूँगी, होप तुहानूं पसंद आवे। सो उस तो बाद साडे को आ गया विजुअल परसैप्शन स्किल्स। विजुअल परसैप्शनल स्किल्स मतलब कि आए साडी जिहड़ियां अखां आ वो ये आ कि असी ये नहीं पढ़ असी इधर वाले दे आ वाला मैं आ वाला पढ़ रही हाँ तो ध्यान मेरा इधर है, नहीं मतलब कई बार हुंदा ना इदां साडे अखां साडियां इधर भी चल जांदियां भी इधर की लिखा हुआ है, नहीं जिधर तुसी पढ़ना है ਜਿਹੜੇ ਤੁਸੀਂ ਲਾਈਨ ਨੂੰ ਪੜਨਾ ਹੈ, ਤੁਹਾਡਾ ਧਿਆਨ ਤੁਹਾਡੀਆਂ ਅੱਖਾਂ ਹੈ ਫਿਕਸੇਸ਼ਨਸ ਜੋ ਆ ਉਹ ਉੱਥੇ ਹੀ ਹੋਣੀਆਂ ਚਾਹੀਦੀਆਂ, ਠੀਕ ਹੈ। प्रेडिक्शन टेक्निक्स यूजिंग इंडेक्स और चैप्टर हैडिंग टू प्रिडिक्ट द थीम ऑफ द टेक्स्ट। वही जो मैं कहा कि चैप्टर दी हैडिंग्स ਨੂੰ पढ़ो, पहला तो चैप्टर दी हैडिंग, ਹੁਣ ਇਹਦੇ ਚ चैप्टर टॉपिक दी हैडिंग है रीडिंग स्ट्रैटेजीज। ਸਾਨੂੰ ਕੀ ਪਤਾ ਲੱਗ ਗਿਆ ਵੀ ਇਹਦੇ ਚ ਸਾਨੂੰ ਪਤਾ ਲੱਗਣਾ ਹੈ ਕਿ ਅਸੀਂ ਕਿੱਦਾਂ ਪੜ੍ਹਨਾ ਹੈ ਕਿਸੇ ਚੀਜ਼ ਨੂੰ, ਠੀਕ ਹੈ, ਸਾਨੂੰ ਲੱਗ ਗਿਆ ਪਤਾ ਇਹਦੇ ਵਿੱਚ। ਹੁਣ ਜਦੋਂ ਅਸੀਂ ਇਹਦੀ ਫਰਦਰ ਡਿਟੇਲ 'ਚ ਜਾਵਾਂਗੇ ਤਾਂ ਸਾਨੂੰ ਹੌਲੀ ਹੌਲੀ ਕਲੀਅਰ ਹੋ ਜਾਏਗਾ, ਸਾਨੂੰ ਇੱਕ ਵਾਰੀ ਚੀਜ਼ ਦਾ ਪਤਾ ਲੱਗ ਗਿਆ ਵੀ ਅਸੀਂ ਹੁਣ ਇਹਦੇ ਬਾਰੇ ਪੜ੍ਹਨਾ ਕੀ ਹੈ। ਨਾਓ ਦਿਸ ਇਜ਼ ਦ ਬੁੱਕ ਡੋਂਟ ਲੂਜ਼ ਯੋਰ ਮਾਈਂਡ ਲੂਜ਼ ਯੋਰ ਵੇਟ, ਇਹ ਵੀ ਮੈਂ ਆਪਣੀ ਸੀਰੀਜ਼ ਚਲਾ ਰਹੀ ਹਾਂ। ਹੁਣ ਆਹ ਬੁੱਕ ਦੀ ਮੈਨੂੰ ਚੈਪਟਰ ਇਹ ਪੜ੍ਹਨ ਤੋਂ ਹੀ ਲੱਗ ਗਿਆ ਪਤਾ ਕਿ ਇਹਦੇ ਵਿੱਚ ਸਾਰੇ ਨਿਊਟ੍ਰੀਐਂਟਸ ਬਾਰੇ ਦੱਸਿਆ ਹੋਊਗਾ, ਹਾਊ ਵੀ ਕੈਨ ਲੂਜ਼ ਵੇਟ, ਠੀਕ ਹੈ, ਆਪਣੇ ਮਾਈਂਡ ਨੂੰ ਨਾ ਲੂਜ਼ ਕਰਕੇ ਅਸੀਂ ਵੇਟ ਕਿੱਦਾਂ ਲੂਜ਼ ਕਰ ਸਕਦੇ ਹਾਂ। ਹੁਣ ਜਦੋਂ ਮੈਂ ਉਹਦੇ ਅੰਦਰ ਪੜੂੰਗੀ ਮੈਨੂੰ ਇੱਕ ਚੀਜ਼ ਕਲੀਅਰ ਆ ਵੀ ਇਹਦੇ ਬਾਰੇ ਹੈ, ਇਹਦੇ ਵਿੱਚ ਹੈ ਕਿਹਦੇ ਬਾਰੇ। सो दैट इज मोस्ट इंपॉर्टेंट कि सानू पहला तो थीम पता होना चाहिए जो असीं पढ़ रहे हैं, ठीक है। सो दैन इज स्कैनिंग स्किल्स। स्कैनिंग स्किल्स की स्पैसिफिक इंफॉर्मेशन नू लभना कि वो उस जो पढ़ा रहे हैं, जो बंदा कहना चाह रहा है, ਉਹਦਾ सेंट्रल आइडिया की आ, ਉਹਦਾ ਨਿਚੋੜ ਕੀ ਆ, ਠੀਕ ਹੈ। मतलब कि ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ। ਉਸ ਤੋਂ ਬਾਅਦ ਸਕਿਮਿੰਗ ਸਕਿੱਲਸ ਇਹ ਬਹੁਤ ਸੇਮ ਹੀ ਹੁੰਦੀਆਂ। ਸਕੈਨਿੰਗ मतलब कि ਕਿਸੇ ਸਪੈਸੀਫਿਕ ਇਨਫੋਰਮੇਸ਼ਨ ਨੂੰ ਲੋਕੇਟ ਕਰਨਾ। ਮੰਨ ਲਓ ਕੋਈ ਚੀਜ਼ ਅਸੀਂ ਪੜ੍ਹ ਰਹੇ ਹਾਂ ਤੇ ਉਸ ਚੀਜ਼ ਦੀ ਸਪੈਸੀਫਿਕ ਚੀਜ਼ मतलब ਇਹ ਪੈਰੇ ਦੇ ਵਿੱਚ ਇੱਕ ਸਪੈਸੀਫਿਕ ਚੀਜ਼ ਹੈ ਕਿ ਉਹਨੂੰ ਕੀ ਲੱਭਣਾ ਕਿ ਇੱਕ ਪਾਰਟਿਕੂਲਰ ਚੀਜ਼ ਜਿਹਦੇ ਬਾਰੇ ਉਹਨੇ ਸਾਰਾ ਪੈਰਾ ਘੁਮਾਇਆ ਹੋਇਆ ਹੈ ਉਹ ਕੀ ਹੈ, ਦੈਟ ਇਜ਼ ਸਕੈਨਿੰਗ ਸਕਿੱਲ। ਐਂਡ ਸਕਿਮਿੰਗ ਸਕਿੱਲਸ ਕੀ ਹੁੰਦਾ ਕਿ जो भी उन्हें लिखिया है पूरे पेज दे विच, जो भी उन्हें एक पैरे च लिखिया ਉਹਦਾ ਸੈਂਟਰਲ ਥੀਮ, ਉਹਨੂੰ ਅਸੀਂ ਪੰਜਾਬੀ ਚ ਅਗਰ ਕਹਿ ਦਈਏ ਨਿਚੋੜ ਜਾਂ ਫਿਰ ਅਸੀਂ ਕਹਿ ਦਈਏ ਸਾਰ ਭਾਵ, ਠੀਕ ਹੈ। ਅਗਰ ਪੰਜਾਬੀ ਤੁਸੀਂ ਪੜ੍ਹਿਆ ਤਾਂ ਯੂ ਨੋ ਸਾਰ ਭਾਵ ਵਿਆਖਿਆ ਹੈ ਨਾ, ਉਹਦੀ ਵਿਆਖਿਆ ਕੀ ਆ ਕਿ ਅਸੀਂ ਅਗਰ ਉਹਨੂੰ ਸ਼ਾਰਟ ਚ ਕਰਨਾ ਹੋਵੇ ਤਾਂ ਸਾਨੂੰ ਕੀ ਸਮਝ ਆਏ ਕਿਸੇ ਨੂੰ ਸ਼ਾਰਟ ਚ ਲਿਖ ਸਕਦੇ ਹਾਂ, ਠੀਕ ਹੈ। ਦੈਨ ਇਜ਼ ਇੰਟੈਂਸਿਵ ਰੀਡਿੰਗ ਸਕਿੱਲਸ। इंटेंसिव रीडिंग स्किल्स मतलब रीडिंग फॉर डिटेल्स, डिटेल ना पढ़ना, ठीक है। ड्राइंग इन्फ्रेंसिस एंड कंक्लूजन्स मतलब मार्क करना, वेखना भी ये इंपॉर्टेंट चीज़ कितने है, फैक्ट्स कितने है, ऑथर की कहना चाह रहे हैं, ठीक है। देन इज आर वोकैब स्किल्स, वोकैबलरी स्किल्स। मतलब ये मैं चीज़ां वैसे तुहानूं सारियां पढ़ातीआं, ठीक है। इन्होंने मेन लिखिया सी जस्ट कि तुहानूं हिंट देने लई कि आपां पढ़ की रहे, सेम जो कह रहा उन्हें उस तरीके नाल चलिया। हुण तुसीं जदों ये चीज़ पढ़ोगे तुहानूं समझ लग जाएगी भी ये कहना की चाह रहा ना, उन्हें इहदे विच डिटेल च दिता होया सारा, ठीक है। वैसे मैनूं लगदा नहीं भी ये पढ़न दी लोड़ है, बिकॉज अगर तुसीं आप भी पढ़ोगे तुहानूं समझ लग जूगी बिकॉज मैं सारा कुछ दसदा होया, पर फिर भी आपां पढ़ांगे, ठीक है। सो वीडियो लगदा ज़्यादा लंबी हो जानी है, let's try। vocabulary skills। A good vocabulary is essential for effective reading skills। एक effective reading skill ਲਈ ਸਮਝਣ ਲਈ ਸਾਨੂੰ good vocabulary ਹੋਣਾ that is much more important, ठीक है। In order to understand what we read, we need to recognize the meaning of words as well as guessing the meaning from word structure and infer the meaning from the context। We need to learn and practice these vocabulary skills। यही मैं ਤੁਹਾਨੂੰ जो समझाया भी सानू मतलब पता होना चाहिए वर्ड का। जरूरी नहीं कि सारिਆਂ ਨੂੰ ਪਹਿਲਾਂ ਤੋਂ ਹੀ पता ਹੋਵੇ, ਅਸੀਂ ਲਾਈਨ ਨੂੰ ਪੜ੍ਹ ਕੇ ਉਹਦੇ ਵਿੱਚ ਉਹਦਾ मतलब ਕੱਢ ਸਕਦੇ ਹਾਂ, ठीक है। So word meaning recognition। Word meaning recognition is the first step towards writing a written message। We need to perceive the words and phrases used, recognize their definitions to follow what we read। We may find it difficult to understand a message if we do not know the meaning of the word and phrases used। ਕਹਿੰਦੇ ਸਾਨੂੰ ਇਹ ਨਹੀਂ ਪਤਾ ਅਗਰ ਤਾਂ ਸਾਨੂੰ ਮੈਸੇਜ ਦਾ ਸਾਨੂੰ ਨਹੀਂ ਪਤਾ ਲੱਗੇਗਾ ਅਗਰ ਸਾਨੂੰ ਵਰਡਸ ਤੇ ਫਰੇਜ਼ਸ ਦਾ ਨਹੀਂ ਪਤਾ। ਹੁਣ ਸਪੋਜ਼ ਕਰੋ ਉਹੀ ਗੱਲ ਫ੍ਰੈਂਚ ਵਾਲੀ ਆ ਗਈ, ਅਗਰ ਤੁਹਾਨੂੰ ਕੋਈ ਫ੍ਰੈਂਚ ਬਾਹਰੋਂ ਲੈਟਰ ਆ ਗਈ ਹੈ ਉਹ ਫ੍ਰੈਂਚ 'ਚ ਹੈ,
ਹੁਣ ਤੁਹਾਨੂੰ ਪੜ੍ਹਨੀ ਆਉਂਦੀ ਨਹੀਂ, ਤੁਹਾਨੂੰ ਪਤਾ ਨਹੀਂ ਉਹਦੇ ਵਰਡਸ ਕੀ ਹੈ, ਥੋੜ੍ਹੀ ਥੋੜ੍ਹੀ ਤੁਹਾਨੂੰ ਫਰੈਂਚ ਆਉਂਦੀ, ਇੱਕ ਅੱਧਾ ਵਰਡ ਪਤਾ ਲੱਗ ਗਿਆ, ਪਰ ਤੁਹਾਨੂੰ ਸਾਰਾ ਨਹੀਂ ਪਤਾ, ਤੁਸੀਂ ਕਿੱਦਾਂ ਸਮਝੋਗੇ, ਤੁਸੀਂ ਉਹਨੂੰ ਰਿਪਲਾਈ ਕਿੱਦਾਂ ਕਰੋਗੇ, ਹੈ ਨਾ, ਕਿਸੇ ਕੋ ਪੜ੍ਹਾਓਗੇ ਫਿਰ ਹੀ ਕਰੋਗੇ ਨਾ, ਜਿਹਨੂੰ ਇਹ ਚੀਜ਼ਾਂ ਦਾ ਪਤਾ ਹੋਵੇ। ਇੰਗਲਿਸ਼ 'ਚ ਸਪੋਜ਼ ਕਰ ਲਓ, ਇੰਗਲਿਸ਼ 'ਚ ਤੁਹਾਨੂੰ ਲੈਟਰ ਆ ਗਈ ਐਂਡ ਇੰਗਲਿਸ਼ ਦੇ ਉਹ ਵਰਡਸ ਆ ਜੋ ਤੁਸੀਂ ਕਦੀ ਅੱਜ ਤੱਕ ਸੁਣੇ ਹੀ ਨਹੀਂ, ਹੈ ਨਾ। ਸੋ ਤੁਸੀਂ ਪਹਿਲਾਂ ਉਹਨਾਂ ਵਰਡਸ ਨੂੰ ਦੇਖੋਗੇ, ਉਹਨਾਂ ਨੂੰ ਸਮਝੋਗੇ, ਫਿਰ ਹੀ ਜਾ ਕੇ ਰਿਪਲਾਈ ਕਰੋਗੇ ਨਾ। ਮਤਲਬ ਮੈਸੇਜ ਅਗਰ ਤੁਸੀਂ ਕਿਸੇ ਨੂੰ ਅਗਰ ਤੁਹਾਨੂੰ ਕਿਸੇ ਦਾ ਮੈਸੇਜ ਆਇਆ ਹੈ, ਤੁਸੀਂ ਉਸ ਮੈਸੇਜ ਦਾ ਰਿਪਲਾਈ ਕਰਨਾ ਹੈ। ਫਰਸਟਲੀ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਤੁਹਾਨੂੰ ਮੈਸੇਜ ਸਮਝ ਆਇਆ ਹੋਵੇ ਕਿ ਅਗਲੇ ਬੰਦੇ ਨੇ ਭੇਜਿਆ ਕੀ ਹੈ, ਤਾਂ ਹੀ ਤਾਂ ਤੁਸੀਂ ਰਿਪਲਾਈ ਕਰੋਗੇ। ਹੁਣ ਜਿਵੇਂ ਵਟਸਐਪ 'ਤੇ ਅਸੀਂ ਮੈਸੇਜ ਕਰਦੇ ਹਾਂ, ਕਈ ਵਾਰੀ ਲੋਕੀ ਇੰਨੇ ਸ਼ਾਰਟ ਫਾਰਮਸ ਵਰਤ ਲੈਂਦੇ ਆ ਵਟਸਐਪ 'ਤੇ, ਵੀ ਸਮਝ ਨਹੀਂ ਆਉਂਦਾ ਬੰਦਾ ਕਹਿ ਕੀ ਰਿਹਾ। ਸੋ ਵੀ ਪੁੱਟ ਅ ਕੁਐਸਚਨ ਮਾਰਕ ਕਿ ਬਾਈ ਇਹ ਕੀ ਲਿਖਿਆ। ਸੋ ਉਸੇ ਤਰ੍ਹਾਂ ਜਦੋਂ ਤੱਕ ਤੁਹਾਨੂੰ ਪੂਰੀ ਮੈਸੇਜ ਦੀ ਸਮਝ ਨਹੀਂ ਆਉਗੀ, ਹਾਊ ਕੁਡ ਯੂ ਰਿਪਲਾਈ, ਠੀਕ ਹੈ। ਸੋ ਮੈਸੇਜ ਸਮਝਣਾ ਦੈਟ ਇਜ਼ ਬਹੁਤ ਇੰਪੋਰਟੈਂਟ। ਤੇ ਮੈਸੇਜ ਸਮਝਣ ਲਈ ਸਾਨੂੰ ਕੀ ਚਾਹੀਦਾ ਕਿ ਸਾਨੂੰ ਜਿਹੜੇ ਵਰਡਸ ਤੇ ਫਰੇਜ਼ਸ ਆ ਉਹਨਾਂ ਦਾ ਮਤਲਬ ਪਤਾ ਹੋਣਾ ਚਾਹੀਦਾ। ਉਹਦੇ ਵਿੱਚ ਵੀ ਇਹੋ ਹੀ ਲਿਖਿਆ ਹੈ, ਕੰਟੀਨਿਊ ਰੀਡ ਕਰੋ, ਇੱਦਾਂ ਕਰੋ, ਕੰਸਲਟ ਕਰੋ। ਅਗਰ ਬਹੁਤ ਸ਼ੁਡ ਨਾਟ ਇਮੀਡੀਏਟਲੀ ਸਾਨੂੰ ਆ ਦੇਖੋ, ਦ ਰੀਡਰ ਸ਼ੁਡ ਨਾਟ ਇਮੀਡੀਏਟ ਕੰਸਲਟ ਦ ਡਿਕਸ਼ਨਰੀ ਬਿਕਾਜ਼ ਇਟ ਵਿਲ ਬੀ ਟਾਈਮ ਕੰਜ਼ਿਊਮ, ਇਟ ਡਿਸਟਰਬ ਦ ਰੀਡਿੰਗ ਫਲੋ। ਤੁਹਾਡੀ ਰੀਡਿੰਗ ਫਲੋ ਟੁੱਟ ਜਾਏਗੀ ਐਂਡ ਤੁਹਾਡਾ ਟਾਈਮ ਵੀ ਕੰਜ਼ਿਊਮ ਜ਼ਿਆਦਾ ਹੋਏਗਾ। ਬਟ ਅਸੀਂ ਸੋਚਦੇ ਹਾਂ ਵੀ ਟਾਈਮ ਕੰਜ਼ਿਊਮ ਉਹਦੇ 'ਚ ਨਹੀਂ ਜ਼ਿਆਦਾ ਹੋਏਗਾ, ਸਾਨੂੰ ਪੜ੍ਹਨ 'ਚ ਜ਼ਿਆਦਾ ਟਾਈਮ ਲੱਗ ਜਾਣਾ। ਇਸ ਕਰਕੇ ਛੇਤੀ ਨੈਟ ਖੋਲ ਲਓ, ਛੇਤੀ ਇੰਟਰਨੈਟ ਤੋਂ ਸਰਚ ਕਰ ਲਓ ਕੀਵਰਡ ਦਾ ਮਤਲਬ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਗੈਸਿੰਗ ਦ ਮੀਨਿੰਗ ਫਰੋਮ ਵਰਡ ਸਟਰਕਚਰ ਐਂਡ ਕੰਟੈਕਸਟ, ਠੀਕ ਹੈ। ਹੁਣ ਉਹੀ ਗੱਲ ਜੋ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ, ਸਾਰਾ ਕੁਝ ਮੈਂ ਦੱਸਿਆ ਹੋਇਆ ਹੈ ਕਿ ਤੁਸੀਂ ਵਰਡ ਦੀ ਮੀਨਿੰਗ ਨੂੰ ਗੈਸ ਕਰਨ ਲਈ ਸਾਨੂੰ ਪਹਿਲਾਂ ਵਰਡ ਸਟਰਕਚਰਸ ਦੇਖਣਾ ਪੈਣਾ। ਵਰਡ ਅਸੀਂ ਪੂਰਾ ਪੈਰਾ ਪੜਾਂਗੇ, ਉਹਦੇ ਵਿੱਚ ਦੇਖਾਂਗੇ ਵੀ ਕੀ ਪ੍ਰੋਬਲਮ ਆ, ਅਸੀਂ ਉਸ ਤੋਂ ਵਰਡ ਨੂੰ ਸਮਝ ਸਕਦੇ ਹਾਂ ਵੀ ਉਹ ਕਹਿਣਾ ਕੀ ਚਾਹ ਰਿਹਾ ਇਸ ਪੈਸੇਜ ਦੇ ਵਿੱਚ, ਠੀਕ ਹੈ। ਸਾਨੂੰ ਵਰਡ ਦਾ ਸਮਝ ਉੱਥੋਂ ਆ ਜਾਏਗੀ, ਠੀਕ ਹੈ। थोड़ा बहुता हिंट तो जरूर मिल जाएगा अगर पूरी समझ नहीं आएगी, ठीक है। तो उसी तरह सिंपल है भी सारा, अगर तुम पढ़ोगे थानू समझ लग जाएगी, ठीक है। उसी तरह ये आ देखो आ वाली चीज़ा हैगियां भी आ पिछे साडे को होंगे ना सफिक्स प्रीफिक्स, आ पिछे लगे साडे को उन्होंने सफिक्स कहते हैं, अगे लग गया तो प्रीफिक्स हो गया। जिवें इलॉजिकल, ठीक है, डिसऑर्डर, मतलब ये जो हैगा देखो ये कहने का की मतलब है इहदा कि हर एक चीज़ का जिवें हुण एबल है, इन्हां दोवां दा वखरा वखरा मतलब, मेरा पैन नहीं चल रहा, इन्हां दोवां दा वखरा वखरा मतलब है। एबल, रेडेबल, रेड मतलब पढ़ना, एबल मतलब कर सकदा, मतलब जिहड़ा चीज़ नूं असीं पढ़ सकदे हां, रेडेबल, ठीक है, ओके। उस तो बाद जिवें हुण राइटर आ गया है ना, हुण इहदे विच राइट क्योंकि असी डबल वारी नहीं लिखते तो सिंगल ही ले असी काउंट कर ली, तो यदा की मतलब होया राइट मतलब लिखना। तो हुण आर का तो कोई मतलब नहीं, बट इनू जो असीं इकट्ठा जोड़ के करांगे, सो राइटर का मतलब जिहड़ा लिखदा है, ठीक है। आई होप तुहानूं ये चीज़ क्लीयर होगी, नहीं क्लीयर होगी तुसीं मैनूं कमेंट करो, फिर मेरे कमेंट भी बदलणगे ना, वैसे तो समझ लग जाएगी तुहानूं, ठीक है। आई होप वीडियो ना ज़्यादा लंबी हो जा रही है, फिर ना पसंद भी नहीं आती लोगों को देखना। सो इत्थों पेज नंबर 24 तो आप नैक्सट स्टार्ट करांगे, ठीक है। दैट इज़ आई रीडिंग एंड विजुअल परसेप्शन, डेवलप फास्टर आई फिक्सेशन, and that will taught in a next lecture. Hope you will like this, and please अगर तुहानूं वधिया लग्या तो लाइक भी करिया करो, सब्सक्राइब भी करिया करो, तो बेल आइकन भी दबा दिया करो, so we'll get the latest notification first on your phone, ठीक है। And again happy Lodi to all of you, thank you so much, and please subscribe my channel, please, thank you, have a nice day.